ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਮਾਸਕ ਨੇ ਥੋੜ੍ਹੇ ਥੋੜ੍ਹੇ ਛੋਟੇ ਛੋਟੇ ਹੈਂਗਰਸ ਨੇ, ਪਰ ਕੱਪੜਾ ਇੱਕ ਵੀ ਨਹੀਂ ਛੱਡਿਆ ਉਹਨਾਂ ਨੇ। ਕਹਿੰਦੇ ਨੇ ਕਿ ਰਿਸ਼ਤੇਦਾਰਾਂ ਤੋਂ ਫੜ ਕੇ ਅਸੀਂ ਮਾਲ ਪਾਇਆ, ਤੇ 25 ਮੋੜਨੀ ਕਿਵੇਂ ਆ, ਤੇ ਮੁੜ ਕੇ 25 ਕਰਕੇ 2.5-3 ਲੱਖ ਰੁਪਏ ਇਕੱਠਾ ਕਦ ਹੋਏਗਾ? ਇਹ ਬਹੁਤ ਵੱਡਾ ਸਵਾਲ ਹੈ। ਇਹ ਲੋਕ ਪ੍ਰੋਪਰ ਲਾ ਕੇ ਗਏ ਸੀ। ਮੇਰੇ ਸੁਣਨ 'ਚ ਇਹ ਵੀ ਆਇਆ ਕਿ ਰਾਤੀ 10 ਵਜੇ ਵਾਕ ਤੇ ਵੀ ਨਿਕਲੇ ਤੁਸੀਂ, ਤਾਂ ਉਦੋਂ ਦੁਕਾਨ ਤੇ ਲੋਕ ਲੱਗੇ ਹੋਏ ਸਨ, ਉੱਦਾਂ ਨਹੀਂ ਟੁੱਟੇ ਹੋਏ ਸੀ? ਲੋਕ ਲੱਗੇ ਹੋਏ ਸੀ ਸਾਰੇ। ਥੱਲਿਓਂ ਉਹਦੇ ਵੀ ਜ਼ਮੀਨ ਨਿਕਲ ਜਾਂਦੀ ਹੈ, ਉਹਨੂੰ ਵੀ ਉਹੀ ਪ੍ਰਤੀਤ ਹੁੰਦਾ ਕਿ ਬਿਜਲੀ ਸਿਰਫ ਉਸ ਦੁਕਾਨ ਤੇ ਨਹੀਂ ਡਿੱਗੀ, ਬਿਜਲੀ ਮੇਰੀ ਦੁਕਾਨ ਤੇ ਵੀ ਡਿੱਗੀ ਹੈ। ਫਿਰ ਉਧਰ ਲੋਕਡਾਊਨ ਨੇ ਕੰਮ ਖਰਾਬ ਕਰ ਦਿੱਤਾ। ਬਾਅਦ ਦੇ ਵਿੱਚ ਫਿਰ ਮੈਂ ਗੇੜਾ ਲਾ ਪਿਆ ਸੀਗਾ ਲੈਣ ਗੱਡੀ ਲੈ ਕੇ। ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਦੁਕਾਨ ਲਈ ਇਹ, ਤੇ ਦੁਕਾਨ ਨੂੰ ਹਜੇ ਮਹੀਨਾ ਹੀ ਹੋਇਆ ਹੋ ਗਿਆ। ਦੁਕਾਨ ਖੋਲੀ ਨੂੰ ਦੇਖ ਲਾ ਪਿਆ ਜੇ ਨਾ, ਮੈਨੂੰ ਮਿਲ ਨਹੀਂ ਵੀ 2000 ਰੁਪਏ ਵੱਟਿਆ ਹੋਵੇ, ਇੰਨੀ ਦੂਏ ਦੀ ਧੋਖ ਦੀ ਗੱਲ। 11 ਵਜੇ ਤੱਕ ਤਾਂ ਵੈਸੇ ਹੀ ਲੋਕ ਇੱਥੇ ਘੁੰਮਦੇ ਰਹਿੰਦੇ ਆ। ਦੁਕਾਨਾਂ ਹੋਈਆਂ ਦੋਨੇ ਕੱਪੜੇ ਵਾਲੀਆਂ ਹੀ ਹੋਈਆਂ। ਕੱਪੜੇ ਵਾਲੀ ਉਹਨੇ ਸੈਟਿੰਗ ਹੋਣੀ ਨਾ ਕਿ ਅਸੀਂ ਆ ਰਹੇ ਹਾਂ ਜੀ, ਹੁਣ ਬਸ ਰੈਡੀ ਰਹੋ, ਪੈਸੇ ਰੈਡੀ ਰੱਖੋ, ਆ ਰਹੇ ਹਾਂ ਜੀ, 5 ਲੱਖ ਦਾ ਮਾਲ ਲੈ ਕੇ ਆ ਰਹੇ ਹਾਂ। ਹੋ ਸਕਦਾ ਜੀ। ਪੰਜਾਬੀਆਂ ਦੀ ਸੋਨੇ ਦੀ ਚਿੜੀ ਕਦੋਂ ਦੀ ਲੁੱਟ ਹੋ ਗਈ ਹੈ। ਮਹਿਕਾਂ ਤੋਂ ਸਖਣੇ ਨੇ ਗੁਲਾਬ, ਤਾਂ ਦੱਸੋ ਹੁਣ ਕੀ ਕਰੀਏ। ਨੌਜਵਾਨਾਂ ਨੂੰ ਨਸ਼ੇੜੀ ਕਹਿਣਾ ਤਾਂ ਬਹੁਤ ਸੌਖਾ ਹੈ, ਪਰ ਜਦ ਇਹ ਨੌਜਵਾਨ ਮਿਹਨਤ ਮੁਸ਼ੱਕਤ ਕਰਕੇ ਕੋਈ ਕੰਮ ਖੋਲ੍ਹਦੇ ਨੇ, ਉਸ ਕੰਮ 'ਤੇ ਡਾਕਾ ਪੈ ਜਾਂਦਾ ਹੈ, ਤੇ ਫਿਰ ਜਦ ਪ੍ਰਸ਼ਾਸਨ ਹੀ ਦੇਵੇ ਨਾ ਕੋਈ ਜਵਾਬ, ਤਾਂ ਦੱਸੋ ਹੁਣ ਕੀ ਕਰੀਏ। ਕੌਣ ਕਰੇਗਾ ਇਹਨਾਂ ਨੌਜਵਾਨਾਂ ਦਾ ਹਿਸਾਬ? ਤੁਸੀਂ ਆਪ ਦੱਸੋ ਹੁਣ ਕੀ ਕਰੀਏ। ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਅੱਜ ਨਵਾਂ ਸ਼ਹਿਰ ਦੇ ਪਿੰਡ ਜਾੜਲਾ ਵਿਖੇ ਪਹੁੰਚੇ ਹਾਂ। ਇਹ ਮੇਨ ਰੋਡ ਹੈ ਜੀ, ਜਾੜਲਾ ਰਾਹੋਂ, ਔਰ ਇੱਥੇ ਦੁਕਾਨ ਹੈ ਮਿਸਟਰ ਮੈਨਸਵੇਅਰ। ਇੱਥੇ ਦੇ ਨੌਜਵਾਨਾਂ ਨੇ ਪਹਿਲਾਂ ਇਹ ਕੈਮਰਾਮੈਨ ਦਾ ਕੰਮ ਕਰਦੇ ਸੀ, ਕੈਮਰਿਆਂ ਦਾ ਕੰਮ ਕਰਦੇ ਸੀ, ਫੋਟੋ ਸ਼ੂਟ ਕਰਦੇ ਸੀ, ਫੋਟੋਗ੍ਰਾਫੀ ਦਾ ਕੰਮ ਕਰਦੇ ਸੀ, ਪਰ ਲੋਕਡਾਊਨ ਹੋ ਗਿਆ। ਲਾਕਡਾਊਨ ਕਰਕੇ ਇਹਨਾਂ ਦੇ ਫੋਟੋਗ੍ਰਾਫਰੀ ਦੇ ਕੰਮ 'ਚ ਇਹਨਾਂ ਨੂੰ ਬਹੁਤ ਨੁਕਸਾਨ ਹੋਇਆ। ਉਸ ਤੋਂ ਬਾਅਦ ਇੱਧਰੋਂ ਉੱਧਰੋਂ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਪੈਸੇ ਇਕੱਠੇ ਕਰਦੇ ਨੇ, ਇਹ ਦੁਕਾਨ ਖੋਲ੍ਹਦੇ ਨੇ 5ਵੇਂ ਮਹੀਨੇ, ਤਾਂ ਜੋ ਘਰ ਦਾ ਗੁਜ਼ਾਰਾ ਹੋ ਸਕੇ, ਆਪਣੇ ਲਈ ਆਪ ਰੋਜ਼ਗਾਰ ਪੈਦਾ ਕਰ ਰਹੇ ਨੇ, ਕਿਉਂਕਿ ਨੌਕਰੀਆਂ ਤਾਂ ਮਿਲਦੀਆਂ ਨਹੀਂ। ਹਾਲਾਂਕਿ ਸਰਕਾਰ ਨੇ ਕਿਹਾ ਅਸੀਂ ਘਰ ਘਰ ਨੌਕਰੀ ਦੇਵਾਂਗੇ, ਪਰ ਇੱਕੋ ਘਰ 'ਚ 2 ਬੇਰੁਜ਼ਗਾਰ ਵੀਰਾਂ ਨੇ ਇਕੱਠੇ ਹੋ ਕੇ ਦੁਕਾਨ ਖੋਲ੍ਹੀ ਹੈ, ਔਰ ਉਸ ਦੁਕਾਨ 'ਤੇ ਵੀ ਡਾਕਾ ਪੈ ਜਾਂਦਾ ਹੈ। ਚਿਹਰੇ ਦੇਖੋਗੇ ਬਹੁਤ ਉਦਾਸ ਹੈ, ਨਿਰਾਸ਼ਤਾ ਬਹੁਤ ਹੈ। ਕਹਾਣੀ ਇੰਨੀ ਕੁ ਸਾਡੇ ਤੱਕ ਆਪਣੀ ਹੈ ਕਿ ਇੱਕ ਇਹਨਾਂ ਦਾ ਬ੍ਰਦਰ ਨਰਿੰਦਰ, ਉਹ ਇੱਥੇ ਸੁਬਾਹ ਆਉਂਦਾ, ਦੇਖਦਾ ਹੈ ਕਿ ਲੋਕ ਖੁੱਲ੍ਹੇ ਹੋਏ ਹਨ, ਇਮੀਡੀਏਟਲੀ ਆਪਣੇ ਬ੍ਰਦਰ ਦੂਜੇ ਨੂੰ ਕਾਲ ਕਰਦਾ ਕਿ ਰਾਤੀ ਤੂੰ 8 ਵਜੇ ਦੁਕਾਨ ਬੰਦ ਕਰਕੇ ਗਿਆ, ਵਧਾ ਕੇ ਗਿਆ, ਲੋਕ ਲਾ ਗਿਆ ਸੀ ਕਿ ਨਹੀਂ। ਉਹਨੂੰ ਪਤਾ ਚੱਲਦਾ ਕਿ ਨਾਲ ਦੇ ਪਾਸੇ ਇੱਕ ਹੋਰ ਦੁਕਾਨ 'ਤੇ ਲੁੱਟ ਹੋਈ ਹੈ। ਹਾਲੇ ਸੋਚਦਾ ਹੀ ਆ, ਵਿਚਾਰ ਹੀ ਕਰਦਾ ਹੈ ਕਿ ਰੱਬਾ ਸਾਨੂੰ ਬਚਾ ਲਈ, ਪਰ ਜਦ ਸ਼ਟਰ ਖੋਲ੍ਹਦਾ ਹੈ ਤਾਂ ਸੀਨ ਉਹਦੀ ਦੁਕਾਨ ਵਿੱਚ ਵੀ ਉਹੀ ਹੁੰਦਾ ਹੈ। ਪੈਰਾਂ ਥੱਲਿਓਂ ਉਹਦੇ ਵੀ ਜ਼ਮੀਨ ਨਿਕਲ ਜਾਂਦੀ ਹੈ, ਉਹਨੂੰ ਵੀ ਉਹੀ ਪ੍ਰਤੀਤ ਹੁੰਦਾ ਕਿ ਬਿਜਲੀ ਸਿਰਫ ਉਸ ਦੁਕਾਨ 'ਤੇ ਨਹੀਂ ਡਿੱਗੀ, ਬਿਜਲੀ ਮੇਰੀ ਦੁਕਾਨ 'ਤੇ ਵੀ ਡਿੱਗੀ ਹੈ। ਜਿਹੜਾ ਇਹ ਪਹਾੜ ਦੁੱਖਾਂ ਦਾ ਮੇਰੇ 'ਤੇ ਵੀ ਡਿੱਗਿਆ ਹੈ, ਮੈਨੂੰ ਵੀ ਲੱਖਾਂ ਦਾ ਘਾਟਾ ਪੈ ਚੁੱਕਾ ਹੈ। ਕੱਲ੍ਹ ਰਾਤੀ ਉਮੀਦ ਨਾਲ ਦੁਕਾਨ ਬੰਦ ਕੀਤੀ ਸੀ ਕਿ ਅਗਲੇ ਐਤਵਾਰ ਲੁਧਿਆਣੇ ਤੋਂ ਹੋਰ ਮਾਲ ਲੈ ਕੇ ਆਉਣਾ, ਦਿੱਲੀ ਤੋਂ ਹੋਰ ਮਾਲ ਲੈ ਕੇ ਆਉਣਾ, ਦੁਕਾਨ ਨੂੰ ਹੋਰ ਵਧਾਉਣਾ, ਪਰ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਲੱਖਾਂ ਦਾ ਘਾਟਾ ਪੈ ਜਾਏਗਾ ਅਤੇ ਮੈਨੂੰ ਚੋਰ ਕੱਖੋਂ ਹੌਲਾ ਕਰਕੇ ਚੱਲ ਜਾਣਗੇ। ਬਹੁਤ ਨਿਰਾਸ਼ਤਾ ਹੈ ਮੁੰਡੇ ਦੇ ਅੰਦਰ, ਮਨ ਭਰਿਆ ਹੋਇਆ ਉਹਨਾਂ ਦਾ। ਅਗਰ ਤੁਸੀਂ ਵੀ ਸੀਨ ਦੇਖੋਗੇ, ਵੀਡੀਓ ਦੇਖੋਗੇ, ਪੂਰੀ ਦੁਕਾਨ ਨੂੰ ਲੁੱਟ ਕੇ ਲਿਜਾ ਚੁੱਕੇ ਨੇ। ਗੱਲੇ ਵਿੱਚ ਜਿਹੜਾ ਕੈਸ਼ ਸੀ ਉਹ ਵੀ ਲੁੱਟ ਕੇ ਲੈ ਗਏ ਹਨ। ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹਨੇ ਆਪਣੇ ਦੂਜੇ ਬ੍ਰਦਰ ਨੂੰ ਵੀ ਕਾਲ ਕੀਤੀ, ਮੋਹਿਤ ਨੂੰ ਵੀ ਕਾਲ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਲੋਕ ਲਾ ਕੇ ਗਿਆ ਸੀ, ਰਾਤੀ 10 ਵਜੇ ਵਾਕ 'ਤੇ ਵੀ ਗਏ ਸੀ, ਉਦੋਂ ਵੀ ਜਿਹੜਾ ਸ਼ਟਰ ਲੱਗਿਆ ਹੋਇਆ ਸੀ, ਲੋਕ ਲੱਗੇ ਹੋਏ ਸਨ। ਇਹ ਜਿਹੜਾ ਕਾਰਾ ਆ 10 ਵਜੇ ਤੋਂ ਬਾਅਦ ਹੋਇਆ ਹੋਣਾ। ਤਾਂ ਆਪਾਂ ਇੱਕ ਵਾਰੀ ਨਰਿੰਦਰ ਤੇ ਮੋਹਿਤ ਉਹਨਾਂ ਨਾਲ ਤੁਹਾਡੀ ਸਾਰੀ ਗੱਲਬਾਤ ਕਰਵਾ ਦਿੰਦੇ, ਇਹਨਾਂ ਜਿਹੜਾ ਦੁੱਖ ਆ ਉਹ ਤੁਹਾਡੇ ਤੱਕ ਅੱਪੜਦਾ ਕਰ ਦਿੰਦੇ ਹਾਂ। ਪਰ ਉਸ ਤੋਂ ਪਹਿਲਾਂ ਦੁਕਾਨ ਦੀਆਂ ਤਸਵੀਰਾਂ ਦੇਖਦੇ ਹਾਂ ਕਿ ਚੋਰ ਕੁਝ ਵੀ ਨਹੀਂ ਛੱਡ ਕੇ ਗਏ, ਸਾਰੀ ਦੁਕਾਨ ਖਾਲੀ ਕਰਕੇ ਇੱਥੋਂ ਤਿੱਤਰ ਹੋ ਗਏ ਨੇ, ਇੱਥੋਂ ਨੱਠ ਗਏ ਨੇ। ਔਰ ਉਸ ਤੋਂ ਬਾਅਦ ਦੂਜੀ ਦੁਕਾਨ ਵੀ ਦਿਖਾਵਾਂਗੇ ਜਿੱਥੇ ਚੋਰੀ ਹੋਈ ਹੈ। ਇੱਕ ਵਾਰੀ ਇਸ ਦੁਕਾਨ ਦੀਆਂ ਤਸਵੀਰਾਂ ਦੇਖੋ। ਸੋ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਮਾਸਕ ਨੇ ਥੋੜ੍ਹੇ ਥੋੜ੍ਹੇ ਛੋਟੇ ਛੋਟੇ ਹੈਂਗਰਸ ਨੇ, ਪਰ ਕੱਪੜਾ ਇੱਕ ਵੀ ਨਹੀਂ ਛੱਡਿਆ ਉਹਨਾਂ ਨੇ। ਈਵਨ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਇਹਨਾਂ ਨੇ ਫਲੈਕਸਿਸ ਲਗਾਈਆਂ ਉਹਨਾਂ ਦੇ ਬੈਕ ਸਾਈਡ 'ਤੇ ਵੀ ਕਾਫੀ ਸਮਾਨ ਸੀ, ਅਸੈਸਰੀ ਸੀ, ਜਿਹੜੀ ਅਸੈਸਰੀ ਵੀ ਉਹ ਸਾਰੀ ਲਿਜਾ ਚੁੱਕੇ ਹਨ। ਕੁਝ ਕੁ ਚੀਜ਼ਾਂ ਛੱਡ ਗਏ ਹਨ। ਹਾਲਾਂਕਿ ਇਸ ਦਾ ਵਿਸ਼ਲੇਸ਼ਣ ਵੀ ਮੈਂ ਵਿਚਾਲੇ ਕਰ ਦਿਆਂਗਾ
ਕਿਉਂਕਿ ਜਿੰਨੀ ਕੁ ਮੇਰੇ ਤੱਕ ਨੌਲੇਜ ਪਹੁੰਚੀ ਹੈ ਕਿ ਕਿਉਂ ਛੱਡ ਗਏ ਹਨ। ਕੁਝ ਜਿਹੜੇ ਗੋਗਲਸ ਦੇ ਕਵਰ ਛੱਡ ਕੇ ਗਏ ਹਨ, ਕੰਪਿਊਟਰ ਛੱਡ ਗਏ ਹਨ, ਪ੍ਰਿੰਟਰ ਛੱਡ ਗਏ ਹਨ, ਕਿਉਂਕਿ ਇਹਦੇ ਥਰੂ ਉਹ ਟਰੇਸ ਹੋ ਸਕਦੇ ਸੀ। ਸੋ ਇਹ ਪ੍ਰੋਫੈਸ਼ਨਲ ਦਾ ਕੰਮ ਹੈ, ਕੋਈ ਆਮ ਵਿਅਕਤੀ ਨਹੀਂ ਕਰ ਸਕਦਾ। ਔਰ ਤਸੱਲੀ ਬਖਸ਼ ਕੰਮ ਹੋਇਆ, ਕਿਉਂਕਿ ਇਹ ਇੱਦਾਂ ਤਾਂ ਨਹੀਂ ਹੈ ਕਿ 1 ਮਿੰਟ 'ਚ ਆਇਆ ਔਰ 1 ਮਿੰਟ ਵਿੱਚ ਚੋਰੀ ਕਰਕੇ ਲੈ ਕੇ ਗਿਆ। ਇੱਥੇ ਤਕਰੀਬਨ 2-2.5 ਘੰਟੇ ਦਾ ਇਹ ਕਾਰਾ ਉਹਨਾਂ ਨੇ ਕੀਤਾ ਹੈ। ਤਾਂ ਹੁਣ ਪੂਰੀ ਜਾਣਕਾਰੀ ਲੈਂਦੇ ਹਾਂ ਨਰਿੰਦਰ ਤੋਂ ਔਰ ਮੋਹਿਤ ਤੋਂ ਕਿ ਕਿਵੇਂ ਜਿਹੜੀ ਇਹ ਚੋਰੀ ਹੋਈ। ਨਰਿੰਦਰ, ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ, ਉਸ ਤੋਂ ਬਾਅਦ ਸਾਡਾ ਦਿਲ ਵੀ ਉਦਾਸ ਹੈ। ਤੁਸੀਂ ਇੱਕ ਵਾਰੀ ਜ਼ਰੂਰ ਸਾਡੀ ਆਡੀਅנס ਵੀ ਜਿਹੜੀ ਘਰ ਬੈਠੇ ਉਹਨਾਂ ਨੂੰ ਦੱਸੋ ਕਿ ਕਿੰਨੀ ਕੁ ਦੀ ਚੋਰੀ ਹੋ ਗਈ ਜਾਂ ਕਿੰਨਾ ਕੁ ਨੁਕਸਾਨ ਹੋਇਆ, ਔਰ ਥੋੜ੍ਹੀ ਡਿਟੇਲ ਮੈਂ ਦੇ ਦਿੱਤੀ ਹੈ, ਜਿੰਨੀ ਕੁ ਡਿਟੇਲ ਤੁਹਾਨੂੰ ਪਤਾ ਤੁਸੀਂ ਵੀ ਜ਼ਰੂਰ ਸਾਡੀ ਆਡੀਅנס ਤੱਕ ਪਹੁੰਚਦੀ ਕਰ ਦਿਓ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸੁਜੀ ਸਾਹਿਬ। ਸੋ ਤੁਸੀਂ ਆਏ ਇੱਕ ਸਾਡੇ ਛੋਟੇ ਜਿਹੇ ਸੱਦੇ 'ਤੇ, ਕਿਉਂਕਿ ਤੁਸੀਂ ਹਰ ਇੱਕ ਦੁੱਖ ਦੇ ਵਿੱਚ ਸ਼ਾਮਲ ਹੁੰਦੇ ਸਾਰਿਆਂ ਨਾਲ। ਸੋ ਧੰਨਵਾਦ ਕਰਦਾ ਤਾਂ PB ਬੱਤੀ ਵਾਲਿਆਂ ਦਾ। ਸੋ ਜਦੋਂ ਇਹ ਘਟਨਾ ਸਵੇਰੇ ਮਾਰਨਿੰਗ ਟਾਈਮ, ਜਦੋਂ ਮੈਂ ਸਵੇਰੇ ਹਰ ਰੋਜ਼ 7-7:30 ਵਜੇ ਮਾਰਨਿੰਗ ਟਾਈਮ ਇੱਥੇ ਆ ਜਾਂਦਾ ਹਾਂ, ਅਤੇ 7:30 ਵਜੇ ਆਉਣ ਤੋਂ ਬਾਅਦ ਮੈਂ ਸਵੇਰੇ ਅੱਜ ਮਾਰਨਿੰਗ ਟਾਈਮ ਜਦੋਂ ਆਇਆ ਤਾਂ ਦੇਖਿਆ ਕਿ ਬਾਹਰ ਗਮਲਾ ਡਿੱਗਿਆ ਹੋਇਆ ਸੀ, ਕਿਉਂਕਿ ਗਮਲਾ ਅਸੀਂ ਰਾਤ ਨੂੰ ਬਾਹਰ ਹੀ ਛੱਡ ਜਾਈਦਾ, ਅਤੇ ਗਮਲਾ ਡਿੱਗਿਆ ਹੋਇਆ ਸੀ। ਉਸ ਤੋਂ ਇਲਾਵਾ ਮੈਂ ਲੋਕ ਦੇਖੇ ਕਿ ਲੋਕ ਨਹੀਂ ਹੈ ਦੁਕਾਨ 'ਤੇ ਲੱਗੇ ਹੋਏ, ਅਤੇ ਉਸ ਤੋਂ ਬਾਅਦ ਮੈਂ ਆਪਣੇ ਬ੍ਰਦਰ ਨੂੰ ਕਾਲ ਕੀਤੀ ਕਿ ਬ੍ਰਦਰ ਤੂੰ ਲੋਕ ਲਾ ਕੇ ਗਿਆ। ਸੋ ਇਹਨੇ ਕਾਲ 'ਚ ਕੀ ਕਹਿੰਦਾ ਵੀ ਨਹੀਂ ਹੋਏ, ਮੈਂ ਰਾਤੀ ਲੋਕ ਲਾ ਕੇ ਗਏ ਹਾਂ, ਵੀ ਪੂਰੇ ਅੰਦਰਲਾ ਵੀ ਅਤੇ ਬਾਹਰਲਾ ਵੀ ਲੋਕ ਦੋਨੋਂ ਲਾ ਕੇ ਗਏ। ਅਤੇ ਜਦ ਮੈਂ ਸ਼ਟਰ ਦੇਖਿਆ ਅਤੇ ਦੋਨੋਂ ਲੋਕ ਨਹੀਂ ਸੀਗੇ। ਉਸ ਤੋਂ ਬਾਅਦ ਦੂਸਰੀ ਦੁਕਾਨ ਦੇ ਉੱਤੇ ਰੌਲਾ ਪਾ ਰਹੇ ਸੀ ਕੁਛ ਪੁਲਿਸ ਦੇ ਕਰਮਚਾਰੀ, ਉਹ ਮਤਲਬ ਉੱਧਰ ਆਏ ਹੋਏ ਨੇ। ਇਸ ਮੈਂ ਉਹਨਾਂ ਦੇ ਉਹ ਕਹਿ ਰਹੇ ਕਿ ਵੀ ਉੱਧਰ ਚੋਰੀ ਹੋ ਗਈ। ਸੋ ਮੈਨੂੰ ਲੱਗਿਆ ਕਿ ਸ਼ਾਇਦ ਇੱਥੇ ਵੀ ਘਟਨਾ ਸੇਮ ਹੀ ਵਾਪਰੀ ਹੋਵੇਗੀ। ਸੋ ਮੈਂ ਉਸੇ ਟਾਈਮ ਸ਼ਟਰ ਚੱਕਿਆ ਤਾਂ ਅੰਦਰ ਦੇਖਿਆ ਤਾਂ ਕੁਛ ਵੀ ਨਹੀਂ ਸੀ। 2.5-3 ਲੱਖ ਦੇ 2.5 ਤੋਂ 3 ਲੱਖ ਦੇ ਵਿੱਚ ਮਾਲ ਸੀਗਾ, ਜਿਹੜਾ ਕਿ ਅਸੀਂ ਐਸੇ ਰਿਲੇਟਿਵਸ ਕੋਲੋਂ ਆਪਣੇ ਪੈਸੇ ਪੂਸੇ ਫੜ ਕੇ ਆਪਣੇ ਇੱਥੇ ਲਿਆ ਹੋਇਆ ਸੀਗਾ। ਅਤੇ ਥੋੜ੍ਹੇ ਦਿਨ ਪਹਿਲਾਂ ਹੀ 1-2 ਦਿਨ ਪਹਿਲਾਂ ਹੀ ਬ੍ਰਦਰ ਦਿੱਲੀ ਜਾ ਕੇ ਆਇਆ, ਉੱਥੋਂ ਥੋੜ੍ਹਾ 50,000 ਰੁਪਏ ਦਾ ਮਾਲ ਲੈ ਕੇ ਆਇਆ ਸੀ, ਉਹ ਵੀ ਦੁਕਾਨ ਦੇ ਵਿੱਚ ਹੀ ਪਿਆ ਸੀ, ਉਹ ਵੀ ਵਿੱਚ ਹੀ ਸਾਰਾ ਕੁਛ ਸਮਾਨ ਵੀ ਪਰਚੇਜ਼ ਕਰਕੇ ਆਏ ਹਾਂਜੀ। ਸੋ ਅੱਜ ਵੀ ਜਾ ਰਿਹਾ ਸੀ ਬ੍ਰਦਰ, ਅੱਜ ਵੀ ਮਾਲ ਲੈਣ ਜਾ ਰਿਹਾ ਸੀ। ਉਹ ਤਾਂ ਕੁਦਰਤੀ ਮਾਰਨਿੰਗ ਟਾਈਮ ਜਦੋਂ ਆਏ ਸੀ ਕੁਝ ਮੰਦਭਾਗੀ ਘਟਨਾ ਹੋਈ। ਮੈਨੂੰ ਲੋਕਾਂ ਤੋਂ ਪਤਾ ਚੱਲਿਆ ਕਿ ਹੁਣ ਤੁਸੀਂ ਲੋਕਾਂ ਦੀ ਡਿਮਾਂਡ ਹੁਣ ਸਮਝੇ ਸੀ ਕੀ ਸਮਾਨ ਚਾਹੀਦਾ। ਰੀਸੈਂਟਲੀ ਉਹੀ ਮਾਲ ਪਾਇਆ ਸੀ ਇਸ ਵੀਕ, ਉਹ ਵੀ ਥੋੜ੍ਹਾ ਜਾਣਕਾਰੀ ਦੇ ਦਿਓ। ਰੀਸੈਂਟਲੀ ਉਹੀ ਮਤਲਬ ਕੁਝ ਬ੍ਰਾਂਡ ਸੀਗੇ ਜਿਹੜੇ ਮਤਲਬ ਲੋਕਾਂ ਦੀ ਡਿਮਾਂਡ ਸੀਗੀ ਕਿ ਆਹ ਬ੍ਰਾਂਡ ਚਾਹੀਦੇ ਆ। ਸੋ ਬ੍ਰਾਂਡ ਦਾ ਮਾਲ ਅਸੀਂ ਦਿੱਲੀ ਤੋਂ ਸਪੈਸ਼ਲ ਜਾ ਕੇ ਦਿੱਲੀ ਤੋਂ ਲੈ ਕੇ ਆਏ ਸੀ ਬ੍ਰਦਰ ਨੇ। ਕਿੰਨੇ ਕੁ ਦਾ ਮਾਲ ਹੋਏਗਾ ਜੀ? ਮਾਲ ਤਕਰੀਬਨ ਉਹੀ 2.5 ਤੋਂ 3 ਲੱਖ ਦੇ ਵਿੱਚ ਮਾਲ ਸੀਗਾ ਸਾਰਾ। ਕਿੰਨੇ ਰੁਪਏ ਛੱਡ ਕੇ ਗਏ ਸੀ? ਗੱਲੇ ਦੇ ਵਿੱਚ ਸੀਗਾ 7,000 ਦੀ ਨਗਦੀ ਸੀਗੀ, ਜਿਹੜੀ ਕਿ ਸਵੇਰੇ ਮਾਰਨਿੰਗ ਟਾਈਮ ਬ੍ਰਦਰ ਨੇ ਜਾਣਾ ਸੀ ਕਿ ਚਲੋ ਦੁਕਾਨ ਤੋਂ ਚੱਕ ਕੇ ਨਾਲ ਪੈਸੇ ਉਹ ਵੀ ਲੈ ਜਾਊਗਾ। ਅਤੇ ਜਦ ਮਾਰਨਿੰਗ ਟਾਈਮ ਆ ਕੇ ਦੇਖਿਆ ਅਤੇ ਗੱਲੇ ਦੇ ਵਿੱਚ ਵੀ ਕੁਝ ਪੈਸੇ ਨਹੀਂ ਸੀ, ਹੋਰ ਸਮਾਨ ਸੀ, ਕੀਮਤੀ ਸਮਾਨ ਸੀ। ਕੰਪਿਊਟਰ ਸੀਗਾ ਜਿਸ ਦੇ ਵਿੱਚ ਮਤਲਬ ਫੋਟੋਗ੍ਰਾਫੀ ਦਾ ਵੀ ਸਾਡਾ ਨਾਲ ਹੀ ਹੈ, ਜਿਹਦੇ ਵਿੱਚ ਕਾਫੀ ਡਾਟਾ ਪਿਆ ਹੋਇਆ, ਮੈਰਿਜ ਫੰਕਸ਼ਨ ਦਾ, ਹੋਰ ਬਹੁਤ ਡਾਟਾ ਪਿਆ ਹੈ। ਸੋ ਇੰਨਾ ਸ਼ੁਕਰ ਕਰਦੇ ਹਾਂ ਕਿ ਉਹ ਚੀਜ਼ ਬਚਾਅ ਹੋ ਗਿਆ। ਜਾਣ ਕੇ ਛੱਡ ਕੇ ਗਏ ਨੇ ਕਿਉਂਕਿ ਉੱਥੋਂ ਟਰੇਸ ਹੋ ਜਾਣਾ ਸੀ। ਬਿਲਕੁਲ ਜੀ, ਬਿਲਕੁਲ। ਹਾਂਜੀ ਸਰ। ਤੇ ਬਾਈ ਜੀ ਤੁਸੀਂ ਰਾਤੀ 8 ਵਜੇ ਦੁਕਾਨ ਬੰਦ ਕਰਕੇ ਗਏ ਹੋ, ਹਾਂਜੀ, ਤੇ ਉਦੋਂ ਲੋਕ ਤੁਸੀਂ ਪ੍ਰੋਪਰ ਲਾ ਕੇ ਗਏ ਸੀ? ਮੈਂ ਲੋਕ ਪ੍ਰੋਪਰ ਲਾ ਕੇ ਗਿਆ ਸੀਗਾ ਜੀ। ਮੇਰੇ ਸੁਣਨ 'ਚ ਇਹ ਵੀ ਆਇਆ ਕਿ ਰਾਤੀ 10 ਵਜੇ ਵਾਕ ਤੇ ਵੀ ਨਿਕਲੇ ਆ ਤੁਸੀਂ, ਤਾਂ ਉਦੋਂ ਦੁਕਾਨ ਤੇ ਲੋਕ ਲੱਗੇ ਹੋਏ ਸਨ, ਤਾਂ ਨਹੀਂ ਟੁੱਟੇ ਹੋਏ ਸੀ? ਦੋਨੋਂ ਲੋਕ ਲੱਗੇ ਹੋਏ ਸੀ ਸਰ ਉਦੋਂ। ਹਾਂਜੀ। ਹੁਣ ਘਰ ਦਾ ਮਾਹੌਲ ਕੀ ਹੈ? ਕਿਉਂਕਿ ਫਾਦਰ ਸਾਹਿਬ ਤੁਹਾਡੇ ਇੱਥੇ ਖੜੇ ਨੇ, ਚਿਹਰੇ ਤੋਂ ਨਿਰਾਸ਼ਤਾ ਸਾਡੇ ਤੱਕ ਪਹੁੰਚ ਰਹੀ ਹੈ, ਮਨ ਦਾ ਜਿਹੜਾ ਦਰਦ ਹੈ ਉਹ ਮਹਿਸੂਸ ਕੀਤਾ ਜਾ ਸਕਦਾ, ਬੋਲ ਨਹੀਂ ਰਹੇ ਪਰ ਦਰਦ ਜਿਹੜਾ ਆ ਉਹ ਸਾਡੇ ਤੱਕ ਪਹੁੰਚ ਰਿਹਾ। ਹੁਣ ਤੁਸੀਂ ਅਗਲੀ ਕਾਰਵਾਈ ਕੀ ਚਾਹੁੰਦੇ ਹੋ? ਜਾਂ ਹਮਦਰਦੀ ਸਾਰਿਆਂ ਨੂੰ ਤੁਹਾਡੇ ਨਾਲ ਹੈਗੀ ਆ, ਪਰ ਪੈਸਾ ਜਿਹੜਾ ਲਾਸ ਹੋ ਗਿਆ ਉਹਦੀ ਭਰਪਾਈ ਕਿਵੇਂ ਹੋਵੇਗੀ ਅਸੀਂ ਵੀ ਸੋਚ ਰਹੇ ਹਾਂ ਜੀ। ਇੱਕ ਤਾਂ ਕਰੋਨਾ ਦਾ ਟਾਈਮ ਚੱਲ ਰਿਹਾ, ਸੋ ਤੁਹਾਨੂੰ ਵੀ ਪਤਾ ਹੋਵੇਗਾ ਕਿ ਕਿੱਦਾਂ ਹਰ ਕੋਈ ਬੰਦਾ 2 ਟਾਈਮ ਦੀ ਰੋਟੀ ਖਾਣੀ ਬੜੀ ਮੁਸ਼ਕਿਲ ਹੋਈ ਹੈ। ਸੋ ਅਸੀਂ ਇੱਦਾਂ ਹੀ ਬਸ ਸੋਚਿਆ ਸੀ, ਕਿਉਂਕਿ ਫੋਟੋਗ੍ਰਾਫੀ ਦਾ ਬਿਜ਼ਨਸ ਹੁਣ ਬਿਲਕੁਲ ਠੱਪ ਹੋ ਚੁੱਕਿਆ ਸੀ, ਕਿਉਂਕਿ ਇੱਦਾਂ ਦੇ ਟਾਈਮ ਦੇ ਵਿੱਚ ਨਾ ਕੋਈ ਮੈਰਿਜ ਫੰਕਸ਼ਨ 'ਤੇ ਕੋਈ, ਕਿਉਂਕਿ 10 ਬੰਦੇ ਤੋਂ ਵੱਧ ਅਲਾਉਡ ਨਹੀਂ ਸੀ ਕਰਦਾ ਸੀ ਮੈਰਿਜ ਫੰਕਸ਼ਨਾਂ ਦੇ ਉੱਤੇ। ਸੋ ਅਸੀਂ ਸੋਚਿਆ ਕਿ ਜੋ ਨਵਾਂ ਬਿਜ਼ਨਸ ਸ਼ੁਰੂ ਕਰਦੇ ਹਾਂ, ਸੋ ਇਹ ਨਹੀਂ ਸੀ ਪਤਾ ਕਿ ਇਸ ਬਿਜ਼ਨਸ ਵਿੱਚ ਇੰਨਾ ਲਾਸ ਹੋਊਗਾ। ਸੋ ਮੇਰੇ ਫਾਦਰ ਸਾਹਿਬ ਵੀ ਮਤਲਬ ਰਾਜ ਮਿਸਤਰੀ ਮੈਸਨ ਦਾ ਕੰਮ ਕਰਦੇ ਆ। ਸੋ ਅਸੀਂ ਸੋਚਿਆ ਕਿ ਥੋੜ੍ਹਾ ਇਹਨਾਂ ਨੂੰ ਸਾਡਾ ਸਹਾਰਾ ਹੋਊਗਾ ਕਿ ਐਸੇ ਇੰਨੀ ਉਮਰ ਦੇ ਵਿੱਚ ਆ ਕੇ ਇਹਨਾਂ ਨੂੰ ਵੀ ਸਹਾਰਾ ਦੇਈਏ। ਸੋ ਉਸ ਤੋਂ ਬਾਅਦ ਹੁਣ ਜਦ ਕਿ ਬੰਦਾ ਪੈਰ ਲੱਗਣੇ ਸ਼ੁਰੂ ਹੋਏ, ਸੋ ਉਸ ਟਾਈਮ ਸਵੇਰੇ ਦੇਖ ਕੇ ਥੋੜ੍ਹਾ ਹੋਸ਼ ਉੱਡ ਗਿਆ ਕਿ ਆਹ ਚੀਜ਼ ਕੀ ਹੋਈ। ਪੁਲਿਸ ਪ੍ਰਸ਼ਾਸਨ ਇੱਥੇ ਆ ਕੇ ਫਿੰਗਰਪ੍ਰਿੰਟਸ ਵੀ ਲੈ ਕੇ ਗਏ? ਜੀ, ਪੁਲਿਸ ਪ੍ਰਸ਼ਾਸਨ ਆਇਆ 1-2 ਵਾਰੀ, ਸੋ ਉਹਨਾਂ ਨੂੰ ਤੇ ਫਿੰਗਰਪ੍ਰਿੰਟ ਲੈ ਕੇ ਗਏ, ਅਤੇ ਬਾਕੀ ਹੁਣ ਤਹਿਕੀਕਾਤ ਕਰ ਰਹੇ ਆ। ਬਾਕੀ ਦੇਖੋ ਸਾਡੀ ਦੇਖੋ ਕੰਮ ਇਦਾਂ ਤਾਂ ਹੈ ਨਹੀਂ ਕਿ ਚੁਟਕੀਆਂ 'ਚ ਕੰਮ ਹੋ ਗਿਆ। ਲੋਕ ਵੱਡੇ ਨੇ, ਨਾਲ ਦੀ ਦੁਕਾਨ ਤੇ ਵੀ ਚੋਰੀ ਹੋਈ ਹੈ, ਕੰਮ ਤਸੱਲੀ ਨਾਲ ਹੋਇਆ। ਇਦਾਂ ਤਾਂ ਹੈ ਨਹੀਂ ਕਿ ਕੋਈ ਆਇਆ ਚੁਟਕੀ 'ਚ ਸਮਾਨ ਚੱਕਿਆ ਤੇ ਸਿੱਟ ਕੇ ਲੈ ਗਏ ਆ। ਛੋਟਾ ਹਾਥੀ, ਟਰੱਕ ਵਗੈਰਾ ਕੁਝ ਤਾਂ ਲੈ ਕੇ ਆਏ ਹੋਣਗੇ। ਕਿ ਤੁਹਾਨੂੰ ਕੀ ਲੱਗਦਾ, ਕੋਈ ਦੱਸਿਆ ਆਲੇ ਦੁਆਲੇ ਦੇ ਲੋਕਾਂ ਨੇ? ਹਾਂਜੀ, ਦੇਖਿਆ ਕੈਮਰਿਆਂ ਦੇ ਵਿੱਚ ਦੇਖਣ ਤੇ ਆਇਆ ਵੀ ਕਿ ਇੱਕ ਛੋਟਾ ਹਾਥੀ ਜਾ ਰਿਹਾ ਹੈ ਸਮਾਨ ਦਾ ਭਰਿਆ। ਹਾਂਜੀ। ਕਿੰਨੇ ਕੁ ਦਾ ਟਾਈਮ ਹੈ? ਉਹ 12 ਵਜੇ ਤੋਂ ਬਾਅਦ ਦਾ ਟਾਈਮ ਹੈ ਜੀ। 12 ਵਜੇ ਤੋਂ ਬਾਅਦ ਦਾ ਟਾਈਮ। 12 ਤੋਂ ਕਿਹੜੀ ਸਾਈਡ ਗਿਆ ਜੀ ਉਹ
ਉਹ ਜੀ ਬੜਾ ਚੌਰ ਵਾਲੀ ਸਾਈਡ ਹੈ, ਇੱਥੋਂ ਮਤਲਬ ਹਾਂਜੀ ਨਿਕਲਿਆ। ਬਾਕੀ ਹਜੇ 1-2 ਕੈਮਰੇ CCTV ਕੈਮਰੇ ਚੈੱਕ ਕਰਨੇ ਆ ਕਿ ਸ਼ਾਇਦ ਹੋ ਸਕਦਾ ਹੈ ਕਿ ਵਾਪਸ ਲੁਧਿਆਣੇ ਵਾਲੀ ਸਾਈਡ, ਕਿਉਂਕਿ ਮੇਨ ਡੀਲਰ ਹੈ ਜੋ ਲੁਧਿਆਣੇ ਦੇ ਵਿੱਚ ਹੀ ਆ, ਹੋ ਸਕਦਾ ਕਿ ਉੱਥੇ ਜਾ ਕੇ ਸੇਲ ਕੀਤਾ ਹਾਂ, ਹੋਵੇ। ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਟਰੈਕਟਰ ਦੀ ਵੀਡੀਓ ਪਾਈ ਸੀ, ਉਹ ਟਰੈਕਟਰ ਫੜਿਆ ਗਿਆ ਸੀ ਖੰਨੇ ਦੇ ਕੋਲ, ਤੇ ਉਸ ਤੋਂ ਬਾਅਦ ਉਹਦੇ ਟਾਇਰ ਜਿਹੜੇ ਲੁਧਿਆਣੇ ਘੰਟਾ ਘਰ ਵਿੱਚ ਵੇਚੇ ਗਏ ਸਨ। ਤਾਂ ਇਹ ਕੰਮ ਵੀ ਪ੍ਰੋਫੈਸ਼ਨਲਸ ਦਾ ਲੱਗਦਾ ਹੈ, ਹੋ ਸਕਦਾ ਮੋਰੇ ਡੀਲ ਕੀਤੀ ਹੋਵੇ ਤੇ ਉਹ ਕੱਪੜੇ ਉੱਥੇ ਵੇਚਣੇ ਹੋਣ ਸਸਤੇ ਭਾਅ। ਹਾਂਜੀ ਸਰ, ਬਿਲਕੁਲ। ਅਗਰ ਪੁਲਿਸ ਪ੍ਰਸ਼ਾਸਨ ਸਖਤੀ ਨਾਲ ਕਾਰਵਾਈ ਕਰੇ, ਲੁਧਿਆਣੇ ਇਤਲਾਹ ਕੀਤੀ ਜਾਵੇ, ਖੰਨੇ ਇਤਲਾਹ ਕੀਤੀ ਜਾਵੇ, ਹੋਰ ਸਖਤੀ ਨਾਲ ਕਾਰਵਾਈ ਕਰਨਗੇ ਤਾਂ ਚੋਰ ਪਕੜੇ ਜਾ ਸਕਦੇ ਹਨ। ਇਸ ਰੋਡ ਤੇ ਹਾਦਸੇ ਬਹੁਤ ਹੁੰਦੇ ਨੇ। ਮੈਂ ਇੱਕ ਚੀਜ਼ ਆਡੀਅנס ਜਿਹੜੀ ਘਰ ਬੈਠੀ ਉਹਨਾਂ ਨੂੰ ਵੀ ਕਲੀਅਰ ਕਰ ਦਿੰਦਾ ਕਿ ਇਸ ਫੀਲਡ 'ਚ ਆਉਣ ਤੋਂ ਪਹਿਲਾਂ ਮੈਂ ਵੀ ਇੱਥੇ ਇੱਕ ਭੱਠਾ ਲਿਆ, ਮੈਂ ਵੀ ਇੱਕ ਦੁਬਈ ਸੁਪਰ ਮਾਰਟ ਦੇ ਨਾਮ ਤੇ ਸੋਚਿਆ ਕਿ ਫਰੈਂਚਾਈਜ਼ੀ ਛੋਟੀ ਸ਼ੁਰੂ ਕਰਾਂ, ਮਾਲ ਦੀ ਤਰ੍ਹਾਂ ਬਣਾਵਾਂ ਜਿੱਥੇ ਹਰ ਇੱਕ ਚੀਜ਼ ਅਵੇਲੇਬਲ ਹੋਵੇਗੀ, ਦਾਲਾਂ ਤੋਂ ਲੈ ਕੇ ਸ਼ੂਗਰ, ਆਇਲਸ, ਐਵਰੀਥਿੰਗ। ਹੌਲੀ ਹੌਲੀ ਮੈਂ ਆਪਣੀਆਂ ਹੋਰ ਬ੍ਰਾਂਚਾਂ ਖੋਲਾਂਗਾ। ਤਾਂ ਮੇਰੇ ਨਾਲ ਵੀ ਸੇਮ ਇਹ ਹਾਦਸਾ ਵਾਪਰਿਆ ਜਿਹੜਾ ਇਹਨਾਂ ਨਾਲ ਵਾਪਰਿਆ। ਚੋਰਾਂ ਨੇ ਉੱਥੇ, ਤੁਸੀਂ ਅਗਰ ਯਕੀਨ ਕਰੋ ਤਾਂ ਇੱਕ ਲੂਣ ਦਾ ਪੈਕਟ ਤੱਕ ਨਹੀਂ ਛੱਡਿਆ ਸੀ, ਸਿਰਫ ਉਹ ਬੀੜੀਆਂ ਦੇ ਬੰਡਲ ਛੱਡ ਗਏ ਸਨ। ਹਾਲਾਂਕਿ ਕਈ ਇਹ ਵੀ ਕਹਿਣਗੇ ਕਿ ਤੂੰ ਬੀੜੀਆਂ ਦੇ ਬੰਡਲ ਕਿਉਂ ਰੱਖੇ, ਪਰ ਉੱਥੇ ਆਲੇ ਦੁਆਲੇ ਜਿਹੜੀ ਭੱਠਿਆਂ ਦੀ ਲੇਬਰ ਹੁੰਦੀ ਆ ਉਹ ਬੀੜੀਆਂ ਪੀਂਦੇ ਸਨ, ਉਹਨਾਂ ਦੀ ਡਿਮਾਂਡ ਸੀ। ਇਸੇ ਤਰ੍ਹਾਂ ਮੇਰਾ ਕੰਪਿਊਟਰ ਵੀ ਛੱਡ ਗਏ ਸੀ, ਪ੍ਰਿੰਟਰ ਛੱਡ ਗਏ ਸੀ। ਮੈਨੂੰ ਵੀ 4 ਸਾਲ ਹੋ ਗਏ ਮੈਂ ਭੁਗਤ ਰਿਹਾ, ਹਾਲੇ ਤੱਕ ਨਾ ਚੋਰ ਲੱਭੇ ਨੇ, ਨਾ ਇੰਸ਼ੋਰੈਂਸ ਦੇ ਵੱਲੋਂ ਮੇਰਾ ਪੈਸਾ ਵਾਪਸ ਹੋਇਆ। ਹੁਣ ਮੈਂ ਇਹਨਾਂ ਲਈ ਵੀ ਸੋਚ ਕੇ ਬੜਾ ਗਮਗੀਨ ਹਾਂ। ਮੈਂ ਤਾਂ ਹੀ ਕਿਹਾ ਸੀ ਵਿਚਾਰ ਕਰ ਰਹੇ ਹਾਂ ਕਿ ਇਹਨਾਂ ਦਾ ਪੈਸਾ ਕਿਵੇਂ ਮਿਲੇਗਾ, ਹਿਸਾਬ ਕਿਵੇਂ ਹੋਏਗਾ, ਕਿਉਂਕਿ ਰੋਡ ਤੇ ਇੰਨੀਆਂ ਚੋਰੀਆਂ ਹੋ ਚੁੱਕੀਆਂ ਨੇ ਹਾਲੇ ਤੱਕ। ਇੱਕ ਨੌਜਵਾਨ ਪਹਿਲਾਂ ਖੜਾ ਸੀ, ਉਹਨੇ ਵੀ ਦੱਸਿਆ ਕਿ ਉਹਨਾਂ ਦਾ 4 ਸਾਲ ਪਹਿਲਾਂ ਚੋਰੀ ਹੋਈ ਸੀ। ਨਾਲ ਹੀ ਦੁਕਾਨ ਆ ਉਹਨਾਂ ਦਾ ਵੀ 4 ਸਾਲ ਪਹਿਲਾਂ ਬੈਟਰੀਆਂ ਦੀ ਚੋਰੀ ਹੋ ਚੁੱਕੀ। ਬੈਟਰੀਆਂ ਦੀ ਚੋਰੀ ਹੋ ਚੁੱਕੀ ਹੈ। ਮੇਰਾ ਦੁਬਈ ਸੁਪਰ ਮਾਰਟ ਦੇ ਨਾਮ ਤੇ ਮੇਰਾ ਛੋਟਾ ਜਿਹਾ, ਜਿੰਨੇ ਮੇਰੀ ਮੈਂ ਫਰੈਂਚਾਈਜ਼ੀ ਆਪਣੀ ਓਪਨ ਕੀਤੀ ਸੀਗੀ, ਆਪਣਾ ਛੋਟਾ ਜਿਹਾ ਮਾਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉੱਥੇ ਚੋਰੀ ਹੋਈ ਹੈ। ਨਾਲ ਦੀ ਦੁਕਾਨ ਤੇ ਚੋਰੀ ਹੋਈ ਹੈ। ਤਾਂ ਪੁਲਿਸ ਕਦੋਂ ਸਤਰਕ ਹੋਵੇਗੀ? ਇੱਥੇ ਪੈਟਰੋਲਿੰਗ ਪਾਰਟੀ ਕਦੋਂ ਜ਼ਿਆਦਾ ਗੇੜਾ ਰੱਖੇਗੀ? ਅਗਰ ਆਏ ਦਿਨ ਚੋਰੀਆਂ ਹੁੰਦੀਆਂ ਰਹਿਣਗੀਆਂ ਤਾਂ ਅੱਜ ਇਹਨਾਂ ਦੀ ਕਵਰੇਜ ਕਰ ਰਹੇ ਹਾਂ, ਹੋ ਸਕਦਾ ਕੱਲ੍ਹ ਨੂੰ ਕਿਸੇ ਗਵਾਂਢੀ ਦੀ ਕਰੀਏ। ਕਿਉਂਕਿ ਅਗਰ ਪ੍ਰੋਫੈਸ਼ਨਲਸ ਜਿਹੜੇ ਚੋਰ ਆਉਂਦੇ ਨੇ ਸ਼ਰੇਆਮ 1.5 2 ਘੰਟੇ ਲਾ ਕੇ ਚੋਰੀ ਕਰਕੇ ਜਾਂਦੇ ਨੇ, ਤਾਂ ਉਹਨਾਂ ਨੂੰ ਕਦੋਂ ਨਕੇਲ ਪਏਗੀ? ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ? ਕਿਉਂਕਿ ਉਹਨਾਂ ਨੇ ਉਸ ਦੁਕਾਨ ਤੇ ਵੀ ਚੋਰੀ ਕੀਤੀ ਹੈ, ਇਸ ਦੁਕਾਨ ਤੇ ਵੀ ਚੋਰੀ ਕੀਤੀ ਹੈ। ਤਾਂ ਆਪਾਂ ਵੈਰੀ ਓਬਵੀਅਸ ਅਸੀਂ ਇਹ ਤੋਂ ਅੰਡਰਸਟੈਂਡ ਕਰ ਸਕਦੇ ਹਾਂ ਕਿ 2-2.5 ਘੰਟੇ ਲੱਗੇ ਹੋਣਗੇ ਕਾਰਾ ਕਰਨ ਨੂੰ, ਜਾਂ ਬਹੁਤ ਵੱਡੀ ਟੀਮ ਹੋਵੇਗੀ। ਇਹਨਾਂ ਦੇ ਜਿਹੜੇ ਹਾਲਾਤ ਉਹ ਤੁਹਾਡੇ ਤੱਕ ਅੱਪੜਦੇ ਕਰ ਦੇਣਾ ਕਿ ਜਦੋਂ ਬਾਹਾਂ ਟੁੱਟ ਜਾਂਦੀਆਂ ਨਾ ਤਾਂ ਚੂੜੀਆਂ ਪਾਉਣ ਦਾ ਚਾਅ ਨਹੀਂ ਰਹਿੰਦਾ। ਬਾਈ ਜੀ, ਕੋਈ ਅਪੀਲ ਕਰਨੀ ਚਾਹੋ ਤੁਸੀਂ? ਇਸ ਤਾਂ ਇਹੀ ਅਪੀਲ ਕਰਦੇ ਹਾਂ ਜੀ, ਸਾਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ। ਇਨਸਾਫ ਮਿਲੇਗਾ ਕਿਵੇਂ, ਉਹ ਵੀ ਦੱਸ ਦਿਓ। ਉਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਹੀ ਕਰ ਸਕਦਾ ਜੇ ਉਹ ਸਹਾਈ ਹੋਵੇ ਚੋਰਾਂ ਨੂੰ ਫੜ ਕੇ ਜੀ। ਹਾਂਜੀ ਜੀ ਬਾਪੂ ਜੀ, ਤੁਸੀਂ ਕੁਝ ਕਹਿਣਾ? ਬਸ ਕਹਿ ਤਾ ਪਰ ਮਨ ਉਦਾਸ ਹੈ। ਮਨ ਦਾ ਹੈਗਾ ਜੀ, ਹੁਣ ਪੰਜੀ ਇਕੱਠੀ ਕਰਕੇ ਸਮਾਨ ਪਾਇਆ ਸੀ, ਹੁਣ ਬਚੇ ਕੁਛ ਨਹੀਂ ਜੀ। ਵਿਚਾਰ ਸੁਣੋ, ਕਹਿੰਦੇ ਪੰਜੀ ਇਕੱਠੀ ਕਰਕੇ, ਰੁਪਈਆ ਨਹੀਂ, ਪੰਜੀ। ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਗਹਿਰਾਈ ਦਾ, ਗੰਭੀਰਤਾ ਦਾ, ਕਿ ਮਨ ਵੀ ਉਹਨਾਂ ਦਾ ਭਰ ਗਿਆ ਨਾਲ ਦੀ ਨਾਲ। ਹਾਲਾਂਕਿ ਮੈਂ ਚਾਹੁੰਦਾ ਨਹੀਂ ਕਿ ਉਹਨਾਂ ਦਾ ਮਨ ਭਰੇ, ਪਰ ਅਸੀਂ ਇਹ ਵੀਡੀਓ ਤਾਂ ਬਣਾ ਰਹੇ ਹਾਂ ਤਾਂ ਕਿ ਜਾਗ ਸਕੇ ਪ੍ਰਸ਼ਾਸਨ। ਇੱਥੇ ਬਹੁਤ ਚੋਰੀਆਂ ਹੁੰਦੀਆਂ ਹਨ, ਇੱਥੇ ਸਟ੍ਰਿਕਟ ਪੈਟਰੋਲਿੰਗ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਨਾਲ ਹਾਦਸਾ ਨਾ ਹੋਵੇ। ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇੱਥੇ ਸਖਤ ਕਾਰਵਾਈ ਕਰਦੇ ਹੋ, ਚੋਰਾਂ ਨੂੰ ਨਕੇਲ ਪਾਏਗਾ ਔਰ ਇਹਨਾਂ ਦਾ ਜਿਹੜਾ ਮਾਲ ਇਹਨਾਂ ਤੱਕ ਪਹੁੰਚੇਗਾ। ਕਿਉਂਕਿ ਜਿਹਨੇ ਪੰਜੀ ਕਰਕੇ 2.5 ਲੱਖ ਦਾ ਮਾਲ ਪਾਇਆ ਹੋਵੇਗਾ, ਉਹਨੇ ਪੰਜੀ ਲੋਕਾਂ ਦੀ ਮੋੜ ਨਹੀਂ ਕਿਵੇਂ? ਕਿਉਂਕਿ ਕਹਿੰਦੇ ਨੇ ਕਿ ਰਿਸ਼ਤੇਦਾਰਾਂ ਤੋਂ ਫੜ ਕੇ ਅਸੀਂ ਮਾਲ ਪਾਇਆ। ਇਹ ਪੰਜੀ ਮੋੜ ਨਹੀਂ ਕਿਵੇਂ ਆ? ਤੇ ਮੁੜ ਕੇ ਪੰਜੀ ਕਰਕੇ 2.5-3 ਲੱਖ ਰੁਪਏ ਇਕੱਠਾ ਕਦ ਹੋਏਗਾ? ਇਹ ਬਹੁਤ ਵੱਡਾ ਸਵਾਲ ਹੈ। ਬਹੁਤ ਹਮਦਰਦੀ ਹੈ, ਪਰ ਹੁਣ ਨਾਲ ਦੂਜੀ ਦੁਕਾਨ ਵੀ ਦਿਖਾਉਂਦੇ ਹਾਂ ਜਿੱਧਰ ਦੂਜਿਆਂ ਦੇ ਵੀ ਬਾਹਾਂ ਭੰਨ ਕੇ ਗਏ ਹਨ। ਜਿਹੜੀ ਦੁਕਾਨ ਪਹਿਲਾਂ ਦਿਖਾਈ ਸੀ ਉਹ ਤੋਂ 100 ਕਦਮ ਦੀ ਦੂਰੀ ਤੇ, ਐਕਚੁਅਲ 100 ਕਦਮ ਦੀ ਦੂਰੀ ਤੇ ਆ ਫੈਸ਼ਨ ਫੂਰੀ। ਉਹ ਤੁਸੀਂ ਦੇਖ ਸਕਦੇ ਹੋ ਸ਼ਟਰ ਨੂੰ ਕਿਵੇਂ ਤੋੜਿਆ ਗਿਆ, ਸੱਟਾਂ ਮਾਰ ਕੇ। ਲੌਕ ਨਹੀਂ ਤੋੜਿਆ ਉਹਨਾਂ ਨੇ, ਸ਼ਟਰ ਹੀ ਤੋੜਿਆ। ਔਰ ਇਹਨੂੰ ਅਗਰ ਤੋੜਿਆ ਹੋਵੇਗਾ, ਜੜ ਤੋਂ ਪੱਟਿਆ, ਤਾਂ ਕਿੰਨੀ ਆਵਾਜ਼ ਆਈ ਹੋਵੇਗੀ ਔਰ ਕਿੰਨਾ ਸਮਾਂ ਲੱਗਿਆ ਹੋਵੇਗਾ। ਔਰ ਇੱਕੋ ਸਮੇਂ 2 ਦੁਕਾਨਾਂ 'ਤੇ ਜਦੋਂ ਲੁੱਟ ਕਰਨੀ ਹੈ ਤਾਂ ਜਿਹੜੀ ਚੀਜ਼ ਮੈਂ ਕਹਿ ਰਿਹਾ ਸੀ ਉਹ ਸਿੱਧ ਹੁੰਦੀ ਹੈ ਕਿ 2-2.5-3 ਘੰਟੇ ਦਾ ਇਹ ਕਾਰਾ ਹੈ। ਔਰ 3 ਘੰਟੇ ਵਿੱਚ ਕੀ ਕੋਈ ਇੱਧਰ ਪੈਟਰੋਲਿੰਗ ਵਾਲਾ ਲੰਘਿਆ ਹੀ ਨਹੀਂ? ਕਿਉਂਕਿ ਇਸ ਰੋਡ ਤੇ ਮੈਂ ਗਵਾਹ ਹਾਂ ਕਿ 4 ਸਾਲ ਤੋਂ ਤਾਂ ਮੈਂ ਸੁਣਦਾ ਆ ਰਿਹਾ ਕਿ ਚੋਰੀਆਂ ਹੁੰਦੀਆਂ ਹਨ। ਜਿਹੜਾ ਰੋਡ ਪ੍ਰਮੋਟ ਹੋ ਚੁੱਕਿਆ ਹੋਵੇ, ਜਿਹਦਾ ਰੌਲਾ ਪੈ ਚੁੱਕਿਆ ਕਿ ਇੱਥੇ ਚੋਰੀਆਂ ਬਹੁਤ ਹੁੰਦੀਆਂ ਹਨ, ਉੱਥੇ ਪਹਿਰਾ ਸਖਤ ਹੋਣਾ ਚਾਹੀਦਾ। ਤੁਸੀਂ ਦੇਖ ਸਕਦੇ ਹੋ ਕਿਵੇਂ ਤੋੜਿਆ ਗਿਆ ਸ਼ਟਰ ਨੂੰ ਵੀ, ਥੱਲੇ ਵੀ ਦੇਖ ਸਕਦੇ ਹੋ। ਔਰ ਇਹਨਾਂ ਦੀ ਦੁਕਾਨ ਦੇ ਅੰਦਰ ਵੀ ਤਕਰੀਬਨ 3-3.5 ਲੱਖ ਦਾ ਮਾਲ ਸੀ, ਜਿਵੇਂ ਸੁਖਵਿੰਦਰ ਜੀ ਨੇ ਦੱਸਿਆ। ਔਰ ਵੱਡੀ ਦੁੱਖ ਦੀ ਗੱਲ ਇਹ ਵੀ ਹੈ ਕਿ ਇਹਨਾਂ ਨੇ ਹਾਲੇ ਮਹੀਨਾ ਪਹਿਲਾਂ ਹੀ ਦੁਕਾਨ ਓਪਨ ਕੀਤੀ ਸੀ। 20 ਤਰੀਕ ਨੂੰ ਓਪਨਿੰਗ ਕੀਤੀ ਸੀਗੀ ਬਾਈ। ਭਾਈ ਜੀ, ਕਿਵੇਂ ਤੁਸੀਂ ਕੋਈ
ਵਿਦੇਸ਼ ਤੋਂ ਰਿਟਰਨ ਹੋ ਕੇ ਇੱਥੋਂ ਆਪ ਕੋਈ ਪਹਿਲਾਂ ਹੋਰ ਕੰਮ ਕਰਦੇ ਸੀ? ਹਾਂਜੀ ਮੈਂ ਪਹਿਲਾਂ ਭਾਜੀ ਬਾਹਰ ਸੀਗਾ, ਮੇਰੇ ਡਿਸਕ ਪ੍ਰੋਬਲਮ ਆ ਗਈ ਸੀ। 7-8 ਸਾਲ ਹੀ ਹੋ ਗਏ, ਮੁੜ ਕੇ ਮੇਰੇ ਤੋਂ ਹੋਰ ਕੋਈ ਕੰਮ ਧੰਦਾ ਹੁੰਦਾ ਨਹੀਂ ਸੀਗਾ। ਫਿਰ ਮੈਂ ਬਾਜ਼ਾਰ 'ਚ ਦੁਕਾਨ ਕੀਤੀ ਇੱਕ, ਫਿਰ ਉਧਰ ਲੋਕਡਾਊਨ ਨੇ ਕੰਮ ਖਰਾਬ ਕਰ ਦਿੱਤਾ। ਬਾਅਦ ਦੇ ਵਿੱਚ ਫਿਰ ਮੈਂ ਗੇੜਾ ਲਾ ਪਿਆ ਸੀਗਾ ਲੈਣ ਗੱਡੀ ਲੈ ਕੇ। ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਦੁਕਾਨ ਲਈ ਇਹ, ਤੇ ਦੁਕਾਨ ਨੂੰ ਹਜੇ ਮਹੀਨਾ ਹੀ ਹੋਇਆ ਸੀਗਾ ਜੀ। ਤੇ ਉਸ ਤੋਂ 3-3.5 ਲੱਖ ਦਾ ਮਾਲ ਪਾਇਆ, ਜਿਹੜੀ ਪੁਰਾਣੀ ਪੂੰਜੀ ਜੋੜੀ ਉਹਦੇ ਨਾਲ ਪਾਇਆ ਸੀ ਕਿਸ ਤੋਂ ਫੜ ਕੇ? ਜੀ ਮੇਰਾ ਸਾਰਾ ਲਿਮਟਾਂ ਦਾ, ਮੇਰਾ ਸਾਰਾ ਕਰਜ਼ੇ ਦਾ ਹੀ ਹੈ ਜੀ। ਮੇਰੇ ਕੋਲ ਆਪਣਾ ਕੋਈ ਫੰਡ ਨਹੀਂ ਸੀਗਾ। ਲਿਮਟ ਤਾਂ ਖੜ ਗਈ ਸਿਰ ਤੇ ਫਿਰ। ਹਾਂਜੀ ਹਾਂਜੀ, ਡਾਕਟਰਾਂ ਨੂੰ ਪੈਸੇ ਬਹੁਤ ਦਿੱਤੇ, ਲੱਖਾਂ ਰੁਪਈਆ ਮੇਰਾ ਡਾਕਟਰਾਂ ਨੂੰ ਦੇ ਦਿੱਤਾ ਸੀਗਾ। ਜਿਹੜਾ ਮੇਰਾ ਫੰਡ ਸੀਗਾ ਮੇਰੇ ਕੋਲ ਸੀਗੇ ਪੈਸੇ, ਉਹ ਸਾਰੇ ਦਵਾਈਆਂ 'ਤੇ ਲੱਗ ਗਏ ਸੀਗੇ। ਤੇ ਬਾਅਦ ਦੇ ਵਿੱਚ ਜਿਹੜਾ ਮੈਂ ਜਾਣੀ ਕਿ ਜੋ ਵੀ ਕੀਤਾ ਸਾਰਾ ਕੁਝ ਵਿਆਜੂ ਚੱਕ ਕੇ ਕੀਤਾ ਹੈ। ਮੈਰਿਡ ਹੋ ਤੁਸੀਂ? ਨਹੀਂ ਜੀ। ਅਨਮੈਰਿਡ। ਹਾਂਜੀ ਮਾਤਾ ਪਿਤਾ ਪਤਾ ਲੱਗ ਗਿਆ ਉਹਨਾਂ ਨੂੰ? ਹਾਂਜੀ ਹਾਂਜੀ, ਉਹਨਾਂ ਨੂੰ ਪਤਾ ਹੈ ਜੀ। ਕੀ ਕਹਿ ਰਹੇ ਨੇ ਹੁਣ? ਉਹਨਾਂ ਨੇ ਕਿਆ ਕਰਨਾ ਜੀ, ਚਲੋ ਹੁਣ ਜੋ ਹੋ ਗਿਆ ਉਹ ਤਾਂ ਹੁਣ। ਪਰ ਉਦਾਸੀ ਤਾਂ ਹੋਏਗੀ। ਹਾਂਜੀ ਹਾਂਜੀ, ਉਹ ਤਾਂ ਹੁੰਦਾ ਹੀ ਹੈ ਜੀ। ਹੁਣ ਦੇਖੋ ਜੀ, ਕਿਸੇ ਦੇ ਤਾਂ 10 ਰੁਪਏ ਗਵਾਚ ਜਾਣ, ਉਹਨੂੰ ਸੰਦੇ ਪੈ ਜਾਂਦੇ ਆ, ਸਾਡੇ ਤਾਂ ਲੱਖਾਂ ਦਾ ਨੁਕਸਾਨ ਹੈ। ਔਰ ਉਸ ਇਨਸਾਨ ਨਾਲ ਜਿਹੜਾ ਮਿਹਨਤ ਕਰ ਕਰਕੇ ਵਿਆਜੂ ਚੱਕ ਕੇ। ਜੀ ਮੇਰੇ ਕੋਲ ਦੇਖੋ ਜੀ, ਮੈਂ ਤੁਹਾਨੂੰ ਦੱਸਾਂ, ਮੈਨੂੰ 9 ਸਾਲ ਹੋ ਗਏ ਬੈਲਟ ਲਾ ਕੇ ਕੰਮ ਕਰਦੇ ਨੇ। 9 ਸਾਲ ਮੈਂ ਕਿਹੜੇ ਕਦੇ ਚੋਰੀਆਂ ਕਰਦਾ ਜੀ, ਕੰਮ ਕਰਦਾ, ਮਿਹਨਤ ਹੀ ਕਰਦਾ ਸੀਗਾ। ਭਾਈ ਜੀ ਇਮੋਸ਼ਨਲ ਹੋ ਗਏ। ਇਮੋਸ਼ਨਲ ਇਕੱਲੇ ਇਹ ਨਹੀਂ, ਸਾਡੇ ਜਜ਼ਬਾਤ ਵੀ ਉਮੜਦੇ ਨੇ। ਇੱਕ ਵਾਰੀ ਦੁਕਾਨ ਜ਼ਰੂਰ ਦੇਖ ਲਓ। ਹਾਲਾਂਕਿ ਮੈਂ ਪਹਿਲਾਂ ਅੱਜ ਤੱਕ ਕਦੀ ਨਹੀਂ ਕਿਹਾ ਕਿ ਕਿਸੇ ਦੀ ਮਦਦ ਕਰਨੀ ਤਾਂ ਅੱਗੇ ਆਓ। ਅੱਜ ਮੈਂ ਪਹਿਲੀ ਵਾਰ ਕਹਾਂਗਾ, ਆਪਣੇ ਏਰੀਏ 'ਚ ਕਹੂੰਗਾ ਜਿਹੜੇ ਸਾਨੂੰ ਸੁਣਦੇ ਨੇ, ਕਿ ਇਹਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ, ਦੋਨੇ ਪਰਿਵਾਰਾਂ ਨੂੰ। ਕਿਉਂਕਿ ਪਿਛਲੀ ਦੁਕਾਨ ਵਾਲਿਆਂ ਨੇ ਕਿਹਾ ਅਸੀਂ 5 ਜੋੜ ਕੇ ਜਿਹੜੀ ਦੁਕਾਨ ਖੋਲ੍ਹੀ ਸੀ, ਤੇ ਇਸ ਬਾਈ ਦੀ ਅੱਖਾਂ 'ਚ ਜਿਹੜੇ ਹੰਝੂ ਆਏ ਨੇ ਉਹਨਾਂ ਦੀ ਬਹੁਤ ਕੀਮਤ ਹੈ। ਤਾਂ ਅਗਰ ਕੋਈ ਅੱਗੇ ਆਉਣਾ ਚਾਹੁੰਦਾ ਤਾਂ ਜ਼ਰੂਰ, ਪਹਿਲੀ ਵਾਰ ਅਸੀਂ ਕਹਿ ਰਹੇ ਹਾਂ। ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕੌਣ ਕਰੇਗਾ, ਇਹ ਬਹੁਤ ਵੱਡਾ ਸਵਾਲ ਹੈ। ਜਿਹੜੇ ਗੁਲਾਬ ਵਿੱਚੋਂ ਮਹਿਕ ਸੱਖਣੀ ਹੋ ਗਈ ਹੈ, ਉਹ ਮਹਿਕ ਕਿੱਥੋਂ ਆਏਗੀ? ਕਿਉਂਕਿ ਇਹਨਾਂ ਨੇ ਸੋਚਿਆ ਸੀ ਕਿ ਮੈਂ ਕੰਮ ਧੰਦਾ ਤਾਂ ਚਲਾਉਣਾ ਹੀ ਹੈ। ਪਹਿਲਾਂ ਗੇੜੇ ਲਾਉਂਦੇ ਸੀ, ਜਿਵੇਂ ਦੱਸਿਆ ਕਿ 8-9 ਸਾਲ ਤੋਂ ਬੈਲਟ ਲਗਾ ਕੇ ਮਿਹਨਤ ਕਰ ਰਹੇ ਸੀ। ਸੋਚਿਆ ਸੀ ਕਿ ਇੱਥੇ ਬੈਠ ਕੇ ਕੋਈ ਕੰਮ ਧੰਦਾ ਚਲਾਵਾਂਗਾ, ਰੁਜ਼ਗਾਰ ਆਪਣੇ ਲਈ ਆਪ ਪੈਦਾ ਕੀਤਾ। ਕਿਉਂਕਿ ਨੌਕਰੀਆਂ ਤਾਂ ਮਿਲਦੀਆਂ ਨਹੀਂ। ਨੌਕਰੀਆਂ ਤਾਂ ਸਰਕਾਰ ਪਹਿਲਾਂ ਕੋਈ ਗਰੀਬ ਲੱਭਦੀ ਹੈ, ਫਿਰ ਉਹਨੂੰ ਦਿੰਦੀ ਹੈ ਜਿਹਦੇ ਕੋਲ 33 ਕਰੋੜ ਹੁੰਦਾ। ਪਰ ਇਸ ਭਰਾ ਦੀ ਅਮੀਰੀ ਅਗਰ ਦੇਖੀਏ ਕਿ ਆਪ ਮਿਹਨਤ ਕਰਦੇ ਸੀ, ਲੋਨ ਚੱਕ ਕੇ ਲਿਮਟਾਂ ਕਰ ਕਰਕੇ ਇਹਨਾਂ ਨੇ ਸ਼ਾਪ ਪਾਈ ਹੈ। ਹੁਣ ਜਦ ਇੱਥੇ ਵੀ ਲੁੱਟ ਹੋਗੀ ਤਾਂ ਅੱਗੇ ਕਰਨਗੇ ਕੀ? ਇਹ ਜਵਾਬ ਪ੍ਰਸ਼ਾਸਨ ਨੇ ਦੇਣਾ, ਇਹ ਜਵਾਬ ਸਰਕਾਰ ਨੇ ਦੇਣਾ। ਕਿਉਂਕਿ ਇਹ ਪਹਿਲੀ ਚੋਰੀ ਨਹੀਂ ਹੈ ਇਸ ਰੋਡ 'ਤੇ, ਇਸ ਤੋਂ ਪਹਿਲਾਂ ਬਹੁਤ ਚੋਰੀਆਂ ਹੋ ਚੁੱਕੀਆਂ ਹਨ। ਜਿਵੇਂ ਤੁਹਾਨੂੰ ਮੈਂ ਆਪਣੀ ਐਗਜ਼ਾਮਪਲ ਵੀ ਦੇ ਦਿੱਤੀ ਹੈ। ਬਾਈ ਜੀ ਹੁਣ ਮੰਗ ਕੀ ਕਰਦੇ ਹੋ? ਮੰਗ ਤਾਂ ਇਹੀ ਹੈ ਜੀ, ਸਾਨੂੰ ਇਨਸਾਫ ਮਿਲੇ ਤੇ ਛੇਤੀ ਤੋਂ ਛੇਤੀ ਬੰਦੇ ਫੜੇ ਜਾਣ ਜਿਨ੍ਹਾਂ ਨੇ ਕੰਮ ਕੀਤਾ। ਬੰਦੇ ਪ੍ਰੋਫੈਸ਼ਨਲ ਹੀ ਹੋਣਗੇ, ਉਹਨੀ ਮਾਲ ਜਾ ਕੇ ਵੇਚਣਾ। ਕਿਉਂਕਿ 2 ਦੁਕਾਨਾਂ ਤੋਂ ਚੋਰੀ ਕੀਤਾ ਹੈ, ਕਿਤੇ ਆਪਣੀ ਦੁਕਾਨ ਤਾਂ ਖੋਲ੍ਹਣੀ ਨਹੀਂ। ਕਿਉਂਕਿ ਜਿਹਨੇ ਆਪਣੀ ਦੁਕਾਨ ਖੋਲ੍ਹਣੀ ਹੈ, ਜਿਵੇਂ ਤੁਸੀਂ ਵਿਆਜੂ ਚੱਕਿਆ, ਉਹ ਰਿਸ਼ਤੇਦਾਰ ਦੀ ਮਿਹਨਤ ਕਰਦਾ ਜਾਂ ਬੈਂਕ ਦੇ ਗੇੜੇ ਮਾਰਦਾ। ਜਿਹਨੇ ਸ਼ਟਰ ਤੋੜ ਕੇ ਮਾਲ ਚੱਕ ਕੇ ਲੈ ਕੇ ਜਾਣਾ, ਉਹਨੇ ਵੇਚਣਾ ਹੀ ਹੈ। ਅਗਰ ਪ੍ਰਸ਼ਾਸਨ ਲੁਧਿਆਣੇ, ਦਿੱਲੀ ਜਾਂ ਹੋਰ ਏਰੀਆ 'ਚ ਸੰਪਰਕ ਕਰਕੇ ਇਤਲਾਹ ਕਰੇ ਤਾਂ ਹੋ ਸਕਦਾ ਫੜੇ ਜਾਣ। ਹਾਂਜੀ ਹਾਂਜੀ, ਉਹ ਤਾਂ ਜੀ ਪ੍ਰਸ਼ਾਸਨ ਦੇ ਸਿਰ ਤੇ ਇਹ। ਪ੍ਰਸ਼ਾਸਨ ਤਾਂ ਲੱਭ ਲੇ ਤਾਂ ਘੰਟੇ 'ਚ ਲੱਭ ਲਵੇ, ਨਾ ਲੱਭੇ ਤਾਂ ਭਲਾ ਸਾਰੀ ਜ਼ਿੰਦਗੀ ਲੱਗੇ ਰਹਿਣ। CCTV ਫੁਟੇਜ ਚੈੱਕ ਕੀਤੀ ਤੁਸੀਂ? ਹਾਂਜੀ ਜੀ, ਕਰਦੇ ਆ ਜੀ, ਅਜੇ ਪਏ ਪ੍ਰਸ਼ਾਸਨ। ਪਿਛਲੀ ਦੁਕਾਨ ਤੋਂ ਪਤਾ ਲੱਗਿਆ ਕਿ ਛੋਟੇ ਹਾਥੀ ਕੋਈ ਆਇਆ ਸੀਗਾ। ਤੁਹਾਨੂੰ ਕੀ ਲੱਗਦਾ? ਉਹੀ ਆ ਜੀ, ਅਜੇ ਫਿਲਹਾਲ ਤਾਂ ਅਸੀਂ ਉਹੀ ਦੇਖਿਆ। ਬਾਕੀ ਹੁਣ ਦੇਖਦੇ ਹਾਂ, ਸਾਨੂੰ ਥਾਣੇ ਸੱਦਿਆ ਆ, ਬਾਅਦ ਦੇ ਵਿੱਚ ਦੇਖਦੇ ਹਾਂ। ਚੌਂਕੀਦਾਰ ਕੋਈ ਰੱਖੇ ਨਹੀਂ ਇੱਧਰ ਤੁਸੀਂ ਮਾਰਕੀਟ ਵਾਲਿਆਂ ਨੇ? ਨਹੀਂ ਜੀ, ਇੱਧਰ ਤਾਂ ਕੋਈ ਨਹੀਂ। ਉੱਧਰ ਸਾਡੀ ਦੂਜੀ ਦੁਕਾਨ ਆ, ਉੱਧਰ ਆਉਂਦੇ ਆ, ਉੱਧਰ ਅਸੀਂ ਭਰਵਾਈ ਕਰਦੇ ਆ, ਇੱਧਰ ਨਹੀਂ ਹੈਗਾ ਜੀ ਹਜੇ। ਚਲੋ ਮੇਨ ਰੋਡ ਹੈ, ਕੋਈ ਨਾ ਕੋਈ ਤਾਂ ਹੋਏਗਾ ਇੱਥੇ। ਹਾਂਜੀ, ਆਉਂਦੇ ਜਾਂਦੇ ਆ, ਕੋਈ ਕਿ ਪੱਕਾ ਨਹੀਂ ਹੈਗਾ ਜੀ, ਕਹਿ ਨਹੀਂ ਸਕਦੇ। ਮੈਨੂੰ ਇੱਧਰ ਥੋੜਾ ਟਾਈਮ ਹੀ ਹੋਇਆ ਜੀ ਦੁਕਾਨ ਲਈ ਨੂੰ, ਤੇ ਇੱਧਰ ਪੱਕਾ ਨਹੀਂ। ਸਾਡੇ ਵੱਲੋਂ ਤੁਹਾਡੇ ਲਈ ਬਹੁਤ ਹਮਦਰਦੀ ਔਰ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਜ਼ਰੂਰ ਅੱਗੇ ਵੀ ਆਵੇ ਤੇ ਪੁਲਿਸ ਪ੍ਰਸ਼ਾਸਨ ਵੀ ਸਖਤੀ ਨਾਲ ਕਾਰਵਾਈ ਕਰਕੇ ਚੋਰਾਂ ਨੂੰ ਫੜੇ। ਕਿਉਂਕਿ ਜਿਹੜਾ ਤੁਹਾਡਾ ਦੁੱਖ ਹੈ, ਅਗਰ ਕੋਲ ਖੜੇ ਸਾਡੇ ਤੋਂ ਨਹੀਂ ਬਰਦਾਸ਼ਤ ਹੋ ਰਿਹਾ, ਤੁਹਾਡੇ ਅੰਦਰ ਕਿੰਨੀ ਪੀੜ ਹੋਏਗੀ ਮੈਂ ਇਹਦਾ ਅੰਦਾਜ਼ਾ ਹੀ ਲਗਾ ਸਕਦਾ। ਇਹਦੇ ਬਾਰੇ ਐਸੇ ਵੀ ਨਹੀਂ ਬੱਟੇ ਤਾਂ ਵਿਚਾਰੇ ਨੇ ਜੀ। 1 ਮਹੀਨਾ ਹੋ ਗਿਆ ਇਹਨੂੰ ਦੁਕਾਨ ਖੋਲ੍ਹੀ ਨੂੰ, ਦੇਖ ਲਾ ਪਿਆ ਜੀ ਨਾ। ਮੈਨੂੰ ਮੈਰ ਨਹੀਂ ਵੀ 2000 ਵੀ ਬੱਟੇ ਹੋ ਗਏ। ਇੰਨੀ ਦੂਏ ਦੀ ਦੁੱਖ ਦੀ ਗੱਲ ਹੈ। ਵਿਚਾਰਾ ਹਜੇ ਸਮਾਨ ਪਾਉਂਦਾ ਸੀਗਾ ਹਜੇ, ਕਿਉਂਕਿ ਅਜੇ ਮਹੀਨੇ ਦੇ ਵਿੱਚ ਸਮਾਨ ਇਕੱਠਾ ਕਰਕੇ ਆਪਣਾ ਟਿਕਾ ਰਿਹਾ ਸੀ ਸਮਾਨ। ਬਹੁਤ ਜ਼ਿਆਦਾ ਵੱਡਾ ਲੋਸ ਹੈ ਜੀ। ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਇਹਨਾਂ ਦੀ। ਪਰ ਇਸ ਏਰੀਏ 'ਚ ਬਹੁਤ ਚੋਰੀਆਂ ਹੁੰਦੀਆਂ ਨੇ ਜੀ। ਮੇਰੇ ਨਾਲ ਵੀ ਇਹ ਤਸ਼ੱਦਦ ਹੋਈ ਹੈ। ਮੈਂ ਇੱਥੇ ਦੁਬਈ ਸੁਪਰ ਮਾਰਟ ਖੋਲ੍ਹਿਆ ਸੀ, ਉਹ ਵੀ ਸਾਰਾ ਲੁੱਟ ਕੇ ਲੈ ਗਏ ਸੀ। ਇੱਥੇ ਨਕੇਲ ਕਿਉਂ ਨਹੀਂ ਪੈਂਦੀ? ਤੁਹਾਨੂੰ ਕੀ ਲੱਗਦਾ ਕਮੀ ਪੇਸ਼ੀ ਕੀ ਰਹਿ ਜਾਂਦੀ ਹੈ? ਕਮੀ ਪੇਸ਼ੀ ਰਾਤ ਨੂੰ ਲਾਈਟਿੰਗ ਘੱਟ ਹੈ ਜੀ ਇਸ ਰੋਡ ਦੇ ਉੱਤੇ ਜੀ, ਤੇ ਥੋੜਾ ਜਿਹਾ ਗਸਤ ਘੱਟ ਹੈ ਜੀ। ਪਰ ਜੇ ਚੌਂਕੀਦਾਰ ਹੋਵੇਗਾ ਵੀ ਇਕੱਲਾ ਕੀ ਕਰੇਗਾ? ਜੇ 10-15 ਜਾਣੇ ਲੁੱਟਣ ਆਉਂਦੇ ਨੇ, ਜਿਨ੍ਹਾਂ ਦਾ ਹਿਆ ਇੰਨਾ ਖੁੱਲਿਆ ਕਿ 2 ਦੁਕਾਨਾਂ ਇੱਕੋ ਟਾਈਮ ਤੇ ਲੁੱਟ ਕੇ ਲੈ ਗਏ ਜੀ। ਜ਼ਿਆਦਾ ਦੁਕਾਨਦਾਰ, ਜ਼ਿਆਦਾ ਜਿਹੜੀਆਂ ਦੁਕਾਨਾਂ ਹੈਗੀਆਂ ਸਿਰਫ
ਦੋ ਚੌਂਕੀਦਾਰ ਹੈ ਕਿਉਂਕਿ ਪੂਰੀ ਜਿੰਨੀ ਮਾਰਕੀਟ ਹੈਗੀ ਆ ਅੰਦਰਲੀ ਮਾਰਕੀਟ ਰਾਹੋਂ ਰੋਡ ਆ ਸਿਰਫ ਦੋ ਚੌਂਕੀਦਾਰ ਹੈ ਉਹ ਵੀ ਪ੍ਰਾਈਵੇਟ ਆ ਦੁਕਾਨਾਂ ਵਾਲੇ ਪੈਸੇ ਦਿੰਦੇ ਆ ਤਾਂ ਉਹ ਕਹਿੰਦੇ ਅਸੀਂ 2 ਤੋਂ 3 ਬੰਦੇ ਕਰ ਲੈਂਦੇ ਆ ਸਾਨੂੰ ਪੈਸੇ ਦੇ ਪਰ ਦਿਓ ਸਰਪ੍ਰਾਈਜ਼ਿੰਗ ਕਿੰਨਾ ਕਿ ਚੋਰਾਂ ਦਾ ਹਿਆਂ ਦੇਖੋ ਕਿੰਨਾ ਖੁੱਲਿਆ ਹੈ। 2 ਦੁਕਾਨਾਂ ਲੁੱਟ ਕੇ ਲੈ ਕੇ ਗਏ ਬੰਦੇ ਨੇ। ਕਿਸੇ ਦੀ ਦੁਕਾਨ ਤੋਂ ਵੈਸੇ ਹੀ ਗਲਤੀ ਨਾਲ ਕੋਈ ਚੀਜ਼ ਲਿਫਾਫੇ 'ਚ ਵੱਜੇ ਤਾਂ ਡਰਦਾ। 2 ਦੁਕਾਨਾਂ ਲੁੱਟ ਕੇ ਲੈ ਕੇ ਜਾਣੀਆਂ ਕਿੱਡੀ ਵੱਡੀ ਗੱਲ ਹੈ। ਸਰ ਰਾਤ ਨੂੰ ਇੱਧਰ ਬਹੁਤ ਘੱਟ ਲੋਕ ਆਉਂਦਾ, ਕੋਈ ਵੀ ਨਹੀਂ ਰਾਤ ਨੂੰ 10-11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾ ਇੱਧਰ ਮਤਲਬ। ਹੁਣ ਇੱਥੇ ਇਸ ਟਾਈਮ ਨਹੀਂ ਕੋਈ ਹੈਗਾ ਰਾਤ ਨੂੰ ਕਿਉਂਕਿ ਜ਼ਿਆਦਾ ਇੱਧਰ ਪਹਿਲਾਂ ਪਿੱਛੇ ਘਰ ਘੁਰ ਸੀਗੇ ਉਹ ਵੀ ਚਲੇ ਗਏ ਤੇ ਇਸ ਟਾਈਮ ਨਹੀਂ। ਪ੍ਰਵਾਸੀ ਰਹਿੰਦੇ ਸੀਗੇ ਪਹਿਲਾਂ ਜੀ, ਉਹ ਵੀ ਹੁਣ ਇੱਥੇ ਚੱਲ ਗਏ ਆਪਣਾ ਛੱਡ ਕੇ ਜੀ। ਮੈਂ ਚਲੋ ਆਪਣੀ ਗੱਲ ਨੂੰ ਅਗਰ ਕਲੀਅਰ ਕਰਾਂ, ਲਾਸਟ ਖਤਮ ਹੀ ਕਰਦੇ ਗੱਲ ਨੂੰ। ਜਦੋਂ ਸਾਡੇ ਉੱਥੇ ਚੋਰੀ ਹੋਈ ਸੀ ਸ਼ਟਰ ਪੱਟ ਦਿੱਤਾ ਗਿਆ ਸੀ। 15 ਜਾਣੇ ਟਰੱਕ ਲੈ ਕੇ ਆਏ ਸੀ। ਮੈਨੂੰ ਨਾਲ ਦੀ ਬੀਬੀ ਨੇ ਗੁਆਂਢੀ ਜਿਹੜੀ ਉਹਨੇ ਦੱਸਿਆ ਸੀ ਅਸਲਾ ਸੀ, ਕਹਿੰਦੇ ਹਥਿਆਰ ਸੀ। ਮੈਂ ਇੱਕ ਵਾਰੀ ਆਈ ਹਾਂ ਕਿ ਕਾਕਾ ਕੀ ਕਰਦੇ ਆ, ਕਹਿੰਦੇ ਅੰਦਰ ਚੱਲ ਜਾ ਨਹੀਂ ਤਾਂ ਗੱਡੀ ਚਾੜ ਦਿਆਂਗੇ। ਉਹ ਕਹਿੰਦੇ ਮੈਂ ਅੰਦਰ ਚਲੇ ਗਈ। ਇਹ 4 ਸਾਲ ਪਹਿਲਾਂ ਦੀ ਗੱਲ ਹੈ। ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਵਾਕੇ ਹੋ ਗਏ ਹੋਣੇ ਆ। ਤਾਂ ਇਹਨਾਂ ਦੇ ਪੈਸੇ ਦੀ ਭਰਪਾਈ ਕਿਵੇਂ ਹੋਵੇਗੀ? 4 ਸਾਲ ਤੋਂ ਅਸੀਂ ਵੀ ਧੱਕੇ ਖਾ ਰਹੇ ਹਾਂ। ਮੈਂ ਬਸ ਇਹੀ ਸੋਚ ਰਿਹਾ ਕਿ ਕਿਵੇਂ ਇਹਨਾਂ ਦੀ ਭਰਪਾਈ ਹੋਵੇਗੀ ਔਰ ਜਿਹੜਾ ਪ੍ਰਸ਼ਾਸਨ ਹੈ ਉਹ ਸਖਤ ਕਾਰਵਾਈ ਕਿਉਂ ਨਹੀਂ ਕਰਦਾ? ਇੱਥੇ ਸਖਤ ਪਹਿਰਾ ਕਿਉਂ ਨਹੀਂ ਹੁੰਦਾ? ਠੋਸ ਸਬੂਤ ਨਹੀਂ ਮਿਲੇ ਹੈਗੇ। ਮਤਲਬ CCTV ਇੱਕ ਬੈਂਕ ਦੇ ਵਿੱਚ ਲੱਗਾ ਜੀ ਮੋਰੇ ਦਾ, ਅੱਗੇ ਤਾਂ ਮੈਨੂੰ ਲੱਗਦਾ 100 ਗੱਡੀਆਂ ਨੰਗੀਆਂ ਹੋਣਗੀਆਂ। ਕਿਵੇਂ ਇਹ ਜਿਹੜਾ ਫਾਈਂਡ ਆਊਟ ਕਰਨਗੇ? ਹੁਣ ਮਾਲ ਦਾ ਥੋੜੀ ਪਤਾ ਲੱਗਣਾ ਜੀ, ਕੋਈ ਕਾਰ ਦੇ ਵਿੱਚ ਲੈ ਗਿਆ, ਡਿੱਗੀ ਵਿੱਚ ਲੈ ਗਿਆ ਨਾ, ਕੋਈ ਇੱਦਾਂ ਪਛਾਣ ਨਹੀਂ ਹੈਗੀ ਵੀ ਕਿਸ ਤਰੀਕੇ ਨਾਲ ਓਪਨ ਤਾਂ ਕੋਈ ਲੈ ਕੇ ਨਹੀਂ ਗਿਆ ਹੁਣ। ਹਾਂਜੀ ਹਾਂਜੀ। ਪੁਲਿਸ ਵਾਲੇ ਕਹਿੰਦੇ ਵੀ 1:30 ਵਜੇ ਅਸੀਂ ਇੱਥੇ ਰੌਂਡ ਲਾ ਕੇ ਗਏ 1:30 ਵਜੇ। 1:30 ਵਜੇ ਤੋਂ ਪਹਿਲਾਂ ਹੋ ਗਿਆ ਜਾਂ ਬਾਅਦ ਚ ਹੋਇਆ? ਤੇ ਬਾਅਦ ਚੋਂ ਕਿ 1:30 ਵਜੇ ਤੋਂ ਇੱਥੋਂ ਲੰਘ ਕੇ ਕਹਿੰਦੇ ਸੀ ਗਏ ਇੱਕ 11 ਵਜੇ ਇੱਕ 1:30 ਵਜੇ ਰੌਂਡ ਲਾ ਕੇ ਗਏ ਤੇ ਉਸ ਤੋਂ ਬਾਅਦ ਜਿਹੜਾ 2 ਤੋਂ 4 ਕਿਉਂਕਿ 4 ਵਜੇ 5 ਵਜੇ ਸੈਰ ਵਾਲੇ ਆ ਜਾਂਦੇ ਆ। ਸਰ ਇੱਥੇ ਕੋਈ ਲੰਘਦਾ ਵੀ ਹੋਵੇਗਾ ਕੋਈ ਅਗਲਾ ਨਹੀਂ ਰੁਕਦਾ ਜੀ। ਹਾਂ ਹੈ ਕਿ ਨਹੀਂ? ਕੌਣ ਆਪਣੀ ਜਾਨ ਤੇ ਜੋਖਮ? ਹਾਂ ਕੋਈ ਨਹੀਂ ਰੁਕਦਾ ਜੀ। ਅਗਲਾ ਕਹਿੰਦਾ ਕੋਈ ਆਪਣਾ ਪਰਸਨਲ ਕੰਮ ਕਰਦੇ ਹੋਣਗੇ ਜੀ ਕੋਈ, ਹੈ ਨਾ ਜੀ। ਫਿਰ ਤੁਹਾਡੀ ਗੱਲਾਂ ਤੋਂ ਤਾਂ ਇਹ ਲੱਗਦਾ ਕਿ 2 ਤੋਂ 4 ਦੇ ਵਿੱਚ ਵਿਚਕਾਰਾ ਹੋਇਆ। ਸ਼ਾਇਦ ਜੀ, ਸ਼ਾਇਦ ਕੋਈ ਪੱਕਾ ਰਿਜੈਕਟ ਨਹੀਂ ਕਹਿ ਸਕਦੇ ਆਪਾਂ, ਹੈ ਨਾ ਜੀ। ਕੋਈ ਕਿੰਨੇ ਵਜੇ ਦਾ ਕੰਮ ਹੈ ਇਹ? 10-11 ਵਜੇ ਤੱਕ ਤਾਂ ਵੈਸੇ ਹੀ ਲੋਕ ਇੱਥੇ ਘੁੰਮਦੇ ਰਹਿੰਦੇ ਆ। ਦੁਕਾਨਾਂ ਹੋਈਆਂ ਦੋਨੇ ਕੱਪੜੇ ਵਾਲੀਆਂ ਹੀ ਹੋਈਆਂ। ਉਹ ਵੀ ਕੱਪੜੇ ਵਾਲੀ ਮੋਰੇ ਸੈਟਿੰਗ ਹੋਣੀ ਨਾ ਕਿ ਅਸੀਂ ਆ ਰਹੇ ਹਾਂ ਜੀ, ਹੁਣ ਬਸ ਰੈਡੀ ਰਹੋ, ਪੈਸੇ ਰੈਡੀ ਰੱਖੋ, ਆ ਰਹੇ ਹਾਂ ਜੀ, 5 ਲੱਖ ਦਾ ਮਾਲ ਲੈ ਕੇ ਆ ਰਹੇ ਹਾਂ। ਹੋ ਸਕਦਾ ਜੀ, ਬਿਲਕੁਲ। ਚਲੋ ਠੀਕ ਹੈ, ਕਾਫੀ ਇਨਫੋਰਮੇਸ਼ਨ ਤੁਹਾਡੇ ਤੱਕ ਜਿਹੜੀ ਪਹੁੰਚ ਗਈ ਹੋਣੀ ਹੈ, ਪਰ ਦੁੱਖ ਬਹੁਤ ਹੈ। ਦੋਨੇ ਜਿਹੜੇ ਦੁਕਾਨਦਾਰ ਵੀਰ ਹੈ ਉਹਨਾਂ ਦੀ ਅੱਖਾਂ ਜਿਹੜੇ ਹੰਝੂ ਆ ਉਹਨਾਂ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਦੁੱਖ ਬਹੁਤ ਹੈ ਉਹਨਾਂ ਦੀ। ਜਦ ਇਹੀ ਆ, ਇਹੀ ਬੇਨਤੀ ਕਿ ਨਾਲ ਇਹ ਵੀ ਦੁਕਾਨ ਹੈ, ਇੱਧਰ ਵੀ ਹੋਰ ਦੁਕਾਨਾਂ ਨੇ, ਤਾਂ ਚੋਰ ਹੁਣ ਕਿਸੇ ਹੋਰ ਨੂੰ ਟਾਰਗੇਟ ਨਾ ਬਣਾਈ ਬੈਠੇ ਹੋਣ। ਇੱਥੇ ਪੈਟਰੋਲਿੰਗ ਹੋਣੀ ਚਾਹੀਦੀ ਹੈ, ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਚੋਰਾਂ 'ਤੇ ਨਕੇਲ ਪੈਣੀ ਚਾਹੀਦੀ ਹੈ ਤਾਂ ਜੋ ਇਹ ਲੋਕ ਤਣਾਅ 'ਚ ਨਾ ਰਹਿਣ। ਇਹਨਾਂ ਨੂੰ ਵੀ ਖੁਸ਼ੀ ਹੋਵੇ ਕਿ ਅਸੀਂ ਕੰਮ ਖੋਲ੍ਹਿਆ ਤਾਂ ਹੌਲੀ ਹੌਲੀ ਚਲਾਈ ਲਵਾਂਗੇ। ਨਹੀਂ ਤਾਂ ਹਰ ਕਾਰੋਬਾਰੀ ਨੇ, ਹਰ ਵਪਾਰੀ ਨੇ ਇਹ ਸੋਚਣਾ ਕਿ ਮੈਂ ਨਵਾਂ ਕੰਮ ਖੋਲ੍ਹ ਤਾਂ ਲਵਾਂ ਪਰ ਪਤਾ ਨਹੀਂ ਇਸ ਰੋਡ 'ਤੇ ਕਿਹੜੇ ਵੇਲੇ ਚੋਰੀ ਹੋ ਜਾਣੀ। ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜ਼ਰੂਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬੜੇ ਰਹਿਣਾ ਵੀ ਬੱਤੀ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਵੀਰ ਨੇ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਣੇ। ਸਤਿ ਸ਼੍ਰੀ ਅਕਾਲ।